Good morning, student. Myself Geeta Sharma from Harvard Convent Senior Secondary School, Bagapurana. Today I teach you Punjabi grammar, chapter number 1, ਭਾਸ਼ਾ ਅਤੇ ਵਿਆਕਰਨ। ਭਾਸ਼ਾ ਆਪਾਂ ਭਾਸ਼ਾ ਕਿਸ ਨੂੰ ਕਹਿੰਦੇ ਹਾਂ? ਭਾਸ਼ਾ ਉਹ ਚੀਜ਼ ਹੈ ਜਿਸ ਰਾਹੀਂ ਆਪਾਂ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦੇ ਹਾਂ ਜਾਂ ਆਪਣੇ ਦਿਲ ਦੀ ਗੱਲ ਦੂਜਿਆਂ ਨਾਲ ਸਾਂਝੀ ਕਰਦੇ ਹਾਂ। ਧਿਆਨ ਨਾਲ ਦੇਖੋ ਬੇਟਾ, ਭਾਸ਼ਾ ਦੀ ਮਨੁੱਖ ਦੇ ਸਮੁੱਚੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਉਸਾਰੂ ਭੂਮਿਕਾ ਹੁੰਦੀ ਹੈ। ਸਮਾਜ ਵਿੱਚ ਹਰ ਮਨੁੱਖ ਨੂੰ ਇੱਕ ਦੂਸਰੇ ਨਾਲ ਕਈ ਪੱਧਰਾਂ 'ਤੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਪੈਂਦਾ ਹੈ। ਇਸ ਲਈ ਮਨੁੱਖ ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝੇ ਕਰਨ ਲਈ ਬਹੁਤ ਸਾਰੇ ਸਾਧਨਾਂ ਜਿਵੇਂ ਇਸ਼ਾਰਿਆਂ, ਰੰਗਾਂ, ਹਾਵ ਭਾਵ ਆਦਿ ਦੀ ਵਰਤੋਂ ਕਰਦਾ ਹੈ। ਪਰੰਤੂ ਜਦੋਂ ਮਨੁੱਖ ਆਪਣੇ ਵਿਚਾਰਾਂ ਨੂੰ ਲਿਖ ਕੇ ਜਾਂ ਬੋਲ ਕੇ ਦੂਸਰਿਆਂ ਨਾਲ ਸਾਂਝੇ ਕਰਦਾ ਹੈ ਤਾਂ ਇਸ ਸਾਧਨ ਨੂੰ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ ਦੀ ਪਰਿਭਾਸ਼ਾ ਹੈ: ਭਾਸ਼ਾ ਆਪਣੇ ਵਿਚਾਰਾਂ ਨੂੰ ਦੂਜਿਆਂ ਨਾਲ ਲਿਖ ਕੇ ਜਾਂ ਬੋਲ ਕੇ ਸਾਂਝੇ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹੈ। ਪਤਾ ਲੱਗ ਗਿਆ ਬੇਟਾ ਭਾਸ਼ਾ ਕਿਹਨੂੰ ਕਹਿੰਦੇ ਆ? ਭਾਸ਼ਾ ਉਹ ਹੁੰਦੀ ਹੈ ਜਦੋਂ ਆਪਾਂ ਦੂਜਿਆਂ ਨਾਲ ਆਪਦੇ ਵਿਚਾਰ ਸਾਂਝੇ ਕਰਦੇ ਹਾਂ। ਭਾਸ਼ਾ ਦੀਆਂ ਕਿਸਮਾਂ। ਭਾਸ਼ਾ ਦੀਆਂ ਪ੍ਰਮੁੱਖ ਤੌਰ 'ਤੇ ਦੋ ਕਿਸਮਾਂ ਹੁੰਦੀਆਂ ਹਨ: ਆਮ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ। ਆਮ ਬੋਲਚਾਲ ਦੀ ਭਾਸ਼ਾ ਜਦੋਂ ਮਨੁੱਖ ਆਪਣੇ ਵਿਚਾਰ ਦੂਸਰਿਆਂ ਨਾਲ ਆਮ ਗੱਲਬਾਤ ਰਾਹੀਂ ਸਾਂਝੇ ਕਰਦਾ ਹੈ ਤਾਂ ਉਸ ਨੂੰ ਆਮ ਬੋਲਚਾਲ ਦੀ ਭਾਸ਼ਾ ਆਖਦੇ ਹਨ। ਅਜਿਹੀ ਭਾਸ਼ਾ ਵਿਆਕਰਨ ਨਿਯਮਾਂ ਦੀ ਵਰਤੋਂ ਦੇ ਪੱਖ ਤੋਂ ਸੁਤੰਤਰ ਹੁੰਦੀ ਹੈ। ਲਿਖਤੀ ਭਾਸ਼ਾ ਵਿਚਾਰਾਂ ਦੇ ਪ੍ਰਗਟਾਵੇ ਲਈ ਜਦੋਂ ਭਾਸ਼ਾ ਦਾ ਲਿਖਤੀ ਰੂਪ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ। ਲਿਖਤੀ ਭਾਸ਼ਾ ਵਿਆਕਰਨ ਦੇ ਨਿਯਮਾਂ ਵਿੱਚ ਬੱਝੀ ਹੁੰਦੀ ਹੈ। ਲਿਖਤੀ ਭਾਸ਼ਾ ਵਿੱਚ ਵਿਸ਼ੇ ਅਨੁਸਾਰ ਢੁਕਵੇਂ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਅਤੇ ਵਿਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨੈਕਸਟ ਹੈ ਗੁਪਤ ਜਾਂ ਸੰਕੇਤਕ ਭਾਸ਼ਾ। ਸਮਾਜ ਵਿੱਚ ਰਹਿੰਦਿਆਂ ਕਈ ਵਾਰੀ ਆਮ ਲੋਕ ਅਤੇ ਸਰਕਾਰੀ ਗੁਪਤ ਏਜੰਸੀਆਂ ਨਾਲ ਸੰਬੰਧਿਤ ਮੁਲਾਜ਼ਮ ਆਪਣੇ ਲਿਖਤੀ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਅਤੇ ਰੋਕਣ ਲਈ ਭਾਸ਼ਾ ਦਾ ਅਜਿਹਾ ਰੂਪ ਸਿਰਜ ਲੈਂਦੇ ਹਨ ਜਿਸ ਨੂੰ ਗੁਪਤ ਜਾਂ ਸੰਕੇਤਕ ਭਾਸ਼ਾ ਕਿਹਾ ਜਾਂਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਸ਼ਾਹੂਕਾਰਾਂ ਜਾਂ ਦੁਕਾਨਦਾਰਾਂ ਵੱਲੋਂ ਲਿਖੀ ਜਾਂਦੀ ਭਾਸ਼ਾ ਲੰਡੇ ਵੀ ਕਾਫੀ ਪ੍ਰਚਲਿਤ ਰਹੀ ਹੈ। ਅਰਥਾਤ ਅਜਿਹੀ ਲਿਖਤੀ ਭਾਸ਼ਾ ਦੇ ਅਰਥ ਦੀ ਸਮਝ ਇਸ ਨਾਲ ਜੁੜੇ ਵਿਅਕਤੀ ਨੂੰ ਹੀ ਆ ਸਕਦੀ ਹੈ। ਅਜਿਹੀ ਭਾਸ਼ਾ ਦਾ ਕੋਈ ਵਿਆਕਰਨ ਨਿਯਮ ਨਹੀਂ ਹੁੰਦਾ ਅਤੇ ਨਾ ਹੀ ਵਿਆਕਰਨ ਦੇ ਅੰਤਰਗਤ ਇਸ 'ਤੇ ਚਰਚਾ ਕੀਤੀ ਜਾਂਦੀ ਹੈ। ਮਤਲਬ ਕਿ ਗੁਪਤ ਭਾਸ਼ਾ ਉਹ ਹੋ ਗਈ ਬੇਟਾ, ਜਿਵੇਂ ਮੰਨੋ ਸਾਹੂਕਾਰ ਨੇ ਕੁਛ ਵੀ ਲਿਖਣਾ ਹੈ, ਉਹਦੇ ਲਈ ਆਪਦੇ ਹੀ ਕੋਈ ਵਰਡ ਰੱਖ ਲੈਂਦਾ, ਠੀਕ ਹੈ, ਉਸ ਨੂੰ ਕਿਹਾ ਜਾਂਦਾ ਹੈ। ਨੈਕਸਟ ਹੈ ਭਾਸ਼ਾ ਦੇ ਰੂਪ। ਹਰ ਦੇਸ਼ ਅਤੇ ਪ੍ਰਾਂਤ ਦੇ ਲੋਕਾਂ ਦੀ ਭਾਸ਼ਾ ਵੱਖਰੀ ਵੱਖਰੀ ਹੋ ਸਕਦੀ ਹੈ। ਆਮ ਤੌਰ 'ਤੇ ਦੇਸ਼ ਜਾਂ ਪ੍ਰਾਂਤ ਦੇ ਨਾਂ 'ਤੇ ਉੱਧਰ ਵਰਤੇ ਜਾਣ ਵਾਲੀ ਭਾਸ਼ਾ ਦਾ ਨਾਂ ਰੱਖ ਦਿੱਤਾ ਜਾਂਦਾ ਹੈ। ਜਿਵੇਂ ਜਰਮਨੀ ਵਿੱਚ ਜਰਮਨ ਅਤੇ ਫਰਾਂਸ ਵਿੱਚ ਫ੍ਰੈਂਚ ਭਾਸ਼ਾ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵਧੇਰੇ ਵਰਤੀ ਜਾਣ ਵਾਲੀ ਭਾਸ਼ਾ ਦਾ ਨਾਮ ਪੰਜਾਬੀ ਅਤੇ ਗੁਜਰਾਤ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਦਾ ਨਾਮ ਗੁਜਰਾਤੀ ਹੈ। ਭਾਸ਼ਾ ਦੀ ਵਰਤੋਂ ਦੇ ਪੱਖ ਤੋਂ ਇਸ ਦੇ ਹੇਠਲੇ ਕਈ ਰੂਪ ਹੁੰਦੇ ਹਨ, ਜਿਵੇਂ ਮਾਤ ਭਾਸ਼ਾ ਜਾਂ ਮਾਂ ਬੋਲੀ, ਰਾਜ ਭਾਸ਼ਾ, ਰਾਸ਼ਟਰੀ ਭਾਸ਼ਾ, ਅੰਤਰਰਾਸ਼ਟਰੀ ਭਾਸ਼ਾ, ਟਕਸਾਲੀ ਭਾਸ਼ਾ, ਸਾਹਿਤਕ ਭਾਸ਼ਾ। ਪਹਿਲਾਂ ਮਾਤ ਭਾਸ਼ਾ। ਜਿਹੜੀ ਭਾਸ਼ਾ ਬੱਚਾ ਆਪਣੇ ਘਰ ਪਰਿਵਾਰ ਅਤੇ ਆਲੇ ਦੁਆਲੇ ਤੋਂ ਸਹਿਜ ਰੂਪ ਵਿੱਚ ਸਿੱਖਦਾ ਹੈ ਉਸ ਨੂੰ ਮਾਤ ਭਾਸ਼ਾ ਜਾਂ ਮਾਂ ਬੋਲੀ ਕਿਹਾ ਜਾਂਦਾ ਹੈ। ਰਾਜ ਭਾਸ਼ਾ। ਕਿਸੇ ਪ੍ਰਾਂਤ ਵਿਸ਼ੇਸ਼ ਦੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ। ਅਜਿਹਾ ਦਰਜਾ ਉਸ ਪ੍ਰਾਂਤ ਵਿਸ਼ੇ ਵਿੱਚ ਰਹਿੰਦੇ ਵਧੇਰੇ ਲੋਕਾਂ ਦੀ ਬੋਲੀ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਜਿਵੇਂ ਪੰਜਾਬ ਵਿੱਚ ਰਾਜ ਭਾਸ਼ਾ ਪੰਜਾਬੀ ਹੈ। ਰਾਸ਼ਟਰੀ ਭਾਸ਼ਾ। ਹਰ ਦੇਸ਼ ਦੀ ਆਪਣੀ ਇੱਕ ਰਾਸ਼ਟਰੀ ਜਾਂ ਕੌਮੀ ਭਾਸ਼ਾ ਹੁੰਦੀ ਹੈ। ਇਹ ਭਾਸ਼ਾ ਹੀ ਸਾਰੇ ਦੇਸ਼ ਵਾਸੀਆਂ ਨੂੰ ਇੱਕ ਦੂਸਰੇ ਨਾਲ ਜੋੜਦੀ ਹੈ। ਭਾਰਤ ਦੀ ਕੌਮੀ ਭਾਸ਼ਾ ਹਿੰਦੀ ਹੈ। ਅੰਤਰਰਾਸ਼ਟਰੀ ਭਾਸ਼ਾ। ਜਿਹੜੀ ਭਾਸ਼ਾ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਨਿਭਾਉਂਦੀ ਹੈ ਉਸ ਨੂੰ ਅੰਤਰਰਾਸ਼ਟਰੀ ਭਾਸ਼ਾ ਆਖਿਆ ਜਾਂਦਾ ਹੈ। ਜਿਵੇਂ ਅਜੋਕੇ ਸਮੇਂ ਵਿੱਚ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ। ਟਕਸਾਲੀ ਭਾਸ਼ਾ। ਟਕਸਾਲੀ ਭਾਸ਼ਾ ਕਿਸੇ ਭਾਸ਼ਾ ਦੇ ਉਸ ਰੂਪ ਨੂੰ ਕਿਹਾ ਜਾਂਦਾ ਹੈ ਜਿਸ ਦੀ ਵਰਤੋਂ ਸਰਕਾਰੀ ਦਫ਼ਤਰਾਂ ਵਿੱਚ, ਸਿੱਖਿਆ ਦੇ ਖੇਤਰ ਵਿੱਚ, ਰੇਡੀਓ, ਅਖਬਾਰਾਂ, TV ਆਦਿ ਵਿੱਚ ਕੀਤੀ ਜਾਂਦੀ ਹੈ। ਪੰਜਾਬੀ ਦੀ ਟਕਸਾਲੀ ਭਾਸ਼ਾ
ਮਾਝੀ ਨੂੰ ਮੰਨਿਆ ਜਾਂਦਾ ਹੈ। ਸਾਹਿਤਕ ਭਾਸ਼ਾ। ਸਾਹਿਤਕ ਭਾਸ਼ਾ ਵਿੱਚ ਲਿਖਤੀ ਭਾਸ਼ਾ ਜਾਂ ਆਮ ਬੋਲਚਾਲ ਦੀ ਸ਼ਬਦਾਵਲੀ ਦੇ ਦੋਵਾਂ ਰੂਪਾਂ ਵਿੱਚ ਹੀ ਵਰਤੀ ਜਾਂਦੀ ਹੈ। ਸਾਹਿਤਕ ਭਾਸ਼ਾ ਵਿੱਚ ਭਾਸ਼ਾ ਦੇ ਟਕਸਾਲੀ ਰੂਪ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਇਲਾਕੇ ਵਿਸ਼ੇਸ਼ ਦੇ ਸਾਹਿਤਕਾਰ ਕਿਸੇ ਉਪਭਾਸ਼ਾ ਦੀ ਵਧੇਰੇ ਵਰਤੋਂ ਕਰਦੇ ਹਨ ਤਾਂ ਅਜਿਹੀ ਰਚਨਾਵਾਂ ਨੂੰ ਆਂਚਲਿਕ ਰੰਗਣ ਵਾਲੀਆਂ ਰਚਨਾਵਾਂ ਆਖਿਆ ਜਾਂਦਾ ਹੈ। ਭਾਸ਼ਾ ਬਾਰੇ ਪਤਾ ਚੱਲ ਗਿਆ ਬੇਟਾ। ਸਭ ਤੋਂ ਪਹਿਲਾਂ ਅਸੀਂ ਮਾਂ ਬੋਲੀ ਜਿਹੜੀ ਬੱਚਾ ਆਪਦੇ ਆਲੇ ਦੁਆਲੇ ਜਾਂ ਮਾਂ ਕੋਲੋਂ ਸਿੱਖਦਾ ਹੈ। ਰਾਜ ਭਾਸ਼ਾ ਹੁੰਦੀ ਹੈ ਕਿ ਜਿਹੜੇ ਪ੍ਰਾਂਤ ਵਿੱਚ ਆਪਾਂ ਰਹਿ ਰਹੇ ਹਾਂ ਕਿ ਉਸ ਪ੍ਰਾਂਤ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ। ਜਿਵੇਂ ਆਪਾਂ ਪੰਜਾਬ ਰਾਜ 'ਚ ਰਹਿ ਰਹੇ ਹਾਂ ਤਾਂ ਉੱਥੇ ਪੰਜਾਬੀ। ਰਾਸ਼ਟਰੀ ਹੁੰਦੀ ਹੈ ਕਿ ਪੂਰੇ ਦੇਸ਼ ਦੀ, ਕਿ ਪੂਰੇ ਦੇਸ਼ ਵਿੱਚ ਕਿਹੜੀ ਭਾਸ਼ਾ ਨੂੰ ਇੱਕ ਭਾਸ਼ਾ ਦਾ ਦਰਜਾ ਦਿੱਤਾ ਗਿਆ, ਰਾਸ਼ਟਰੀ ਭਾਸ਼ਾ ਕਿਹਾ ਗਿਆ। ਉਹ ਜਿਵੇਂ ਭਾਰਤ ਵਿੱਚ ਹਿੰਦੀ ਹੈ। ਅੰਤਰਰਾਸ਼ਟਰੀ ਹੈ, ਅੰਗਰੇਜ਼ੀ ਨੂੰ ਕਿਹਾ ਜਾਂਦਾ ਕਿਉਂਕਿ ਅੰਗਰੇਜ਼ੀ ਪੂਰੇ ਵਿਸ਼ਵ ਦੇ ਵਿੱਚ ਬੋਲੀ ਜਾਂਦੀ ਹੈ। ਟਕਸਾਲੀ ਭਾਸ਼ਾ ਹੁੰਦੀ ਹੈ ਬੇਟਾ ਜਦੋਂ ਆਪਾਂ ਲਿਖਣ ਦੇ ਲਈ ਕਿਸੇ ਚੀਜ਼ ਨੂੰ ਯੂਜ਼ ਕਰਦੇ ਹਾਂ। ਅਤੇ ਸਾਹਿਤਕ ਭਾਸ਼ਾ ਹੁੰਦੀ ਹੈ ਕਿ ਜਦੋਂ ਆਪਾਂ ਕੋਈ ਸਾਹਿਤਕ ਲਿਖਦੇ ਹਾਂ ਜਾਂ ਕੋਈ ਰਚਨਾ ਲਿਖਦੇ ਹਾਂ ਉਹਦੇ ਵਿੱਚ ਇਸ ਭਾਸ਼ਾ ਨੂੰ ਵਰਤਿਆ ਜਾਂਦਾ ਹੈ। ਹੁਣ ਆ ਗਈਆਂ ਬੇਟਾ ਅੱਗੇ ਆਪਣੀਆਂ ਉਪਭਾਸ਼ਾਵਾਂ। ਉਪਭਾਸ਼ਾ ਕਿਸੇ ਇੱਕ ਵਿਸ਼ਾਲ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਖੇਤਰੀ ਜਾਂ ਇਲਾਕਾਈ ਰੂਪ ਹੁੰਦਾ ਹੈ। ਉਦਾਹਰਨ ਵਜੋਂ ਅਸੀਂ ਵੇਖਦੇ ਹਾਂ ਕਿ ਪੰਜਾਬੀ ਭਾਸ਼ਾ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ, ਹਿਮਾਚਲ, ਹਰਿਆਣਾ ਦੇ ਕੁਝ ਭਾਗਾਂ ਅਤੇ ਦਿੱਲੀ ਆਦਿ ਦੇ ਵਿੱਚ ਹੀ ਬੋਲੀ ਜਾਂਦੀ ਹੈ। ਭਾਸ਼ਾ ਨੂੰ ਬੋਲਣ ਵਾਲਿਆਂ ਦੇ ਆਧਾਰ 'ਤੇ ਹੀ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਹਨ। ਵੱਖ-ਵੱਖ ਉਪਭਾਸ਼ਾਵਾਂ ਵਿੱਚ ਫਰਕ ਬਹੁਤ ਥੋੜ੍ਹਾ ਹੁੰਦਾ ਹੈ। ਇਸੇ ਕਾਰਨ ਕਿਸੇ ਭਾਸ਼ਾ ਦੀਆਂ ਸਾਰੀਆਂ ਉਪਭਾਸ਼ਾਵਾਂ ਨੂੰ ਹੀ ਉਪਭਾਸ਼ਾ ਬੋਲਣ ਵਾਲੇ ਸਹਿਜ ਰੂਪ ਵਿੱਚ ਸਮਝ ਲੈਂਦੇ ਹਨ। ਉਪਭਾਸ਼ਾ ਵਿੱਚੋਂ ਨਿਕਲੀ ਭਾਸ਼ਾ ਵਿੱਚੋਂ ਨਿਕਲੀ ਨਹੀਂ ਹੁੰਦੀ ਬਲਕਿ ਉਪਭਾਸ਼ਾ ਅਤੇ ਭਾਸ਼ਾ ਦੋਵੇਂ ਇੱਕੋ ਸਮੇਂ ਵੱਖ-ਵੱਖ ਖੇਤਰਾਂ ਵਿੱਚ ਪ੍ਰਚਲਿਤ ਹੁੰਦੀਆਂ ਹਨ। ਵਿਗਿਆਨਕ ਵਿਕਾਸ ਸਦਕਾ ਸੰਚਾਰ ਅਤੇ ਆਵਾਜਾਈ ਦੇ ਵਧੇਰੇ ਸਾਧਨਾਂ ਕਰਕੇ ਉਪਭਾਸ਼ਾਵਾਂ ਵਿਚਲਾ ਵਖਰੇਵਾ ਵੀ ਨਿਰੰਤਰ ਘਟਦਾ ਜਾ ਰਿਹਾ ਹੈ। ਪੰਜਾਬੀ ਦੀਆਂ ਉਪਭਾਸ਼ਾਵਾਂ। ਪੰਜਾਬੀ ਦੀਆਂ ਮੁੱਖ ਤੌਰ 'ਤੇ ਹੇਠ ਲਿਖੀਆਂ ਉਪਭਾਸ਼ਾਵਾਂ ਹਨ। ਮਾਝੀ, ਦੁਆਬੀ, ਮਲਵਈ, ਡੋਗਰੀ, ਪੁਆਧੀ, ਪੋਠੋਹਾਰੀ, ਮੁਲਤਾਨੀ ਅਤੇ ਪਟਿਆਲੀ। ਮਾਝੀ। ਪੂਰਬੀ ਪੰਜਾਬ ਵਿੱਚ ਮਾਝੇ ਦੇ ਖੇਤਰ ਅਤੇ ਪਾਕਿਸਤਾਨ ਦੇ ਗੁਜਰਾਂਵਾਲਾ, ਲਾਹੌਰ ਅਤੇ ਸਿਆਲਕੋਟ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਮਾਝੀ ਕਿਹਾ ਜਾਂਦਾ ਹੈ। ਪੂਰਬੀ ਪੰਜਾਬ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹੇ ਵੀ ਸ਼ਾਮਲ ਹਨ। ਮਾਝੀ ਦੇ ਇਸ ਰੂਪ ਨੂੰ ਹੀ ਪੰਜਾਬੀ ਦੀ ਟਕਸਾਲੀ ਭਾਸ਼ਾ ਵਜੋਂ ਵੀ ਪ੍ਰਵਾਨ ਕੀਤਾ ਗਿਆ ਹੈ। ਇਹ ਉਪਭਾਸ਼ਾ ਵਿੱਚ ਪੰਜਾਬੀ ਦੀ ਤੇ ਧੁਨੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਜਿਵੇਂ ਗਾੜੀ, ਖੜਨਾ, ਅਗਾੜੀ ਆਦਿ। ਇਸ ਤੋਂ ਇਲਾਵਾ ਐਨ ਕਿਆ, ਓਨ ਕਿਆ, ਕਿੱਥੇ ਜਾਣ ਡਿਆ ਏ, ਕੂਨਾ, ਭਲਕੇ, ਪੇਹਾ ਆਦਿ ਮਾਝੀ ਦੇ ਸ਼ਬਦ ਤੇ ਵਾਕਾਂਸ਼ ਹਨ। ਦੁਆਬੀ। ਦੁਆਬੇ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਦੁਆਬੀ ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਆਦਿ ਜ਼ਿਲ੍ਹੇ ਆਉਂਦੇ ਹਨ। ਇਸ ਉਪਭਾਸ਼ਾ ਵਿੱਚ ਵ ਦੀ ਥਾਂ 'ਤੇ ਬ ਅਤੇ ਸ ਦੀ ਥਾਂ 'ਤੇ ਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਮਲਵਈ। ਪੰਜਾਬ ਪ੍ਰਾਂਤ ਦੇ ਮਾਲਵੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਮਲਵਈ ਕਿਹਾ ਜਾਂਦਾ ਹੈ। ਇਸ ਵਿੱਚ ਜ਼ਿਲ੍ਹਾ ਲੁਧਿਆਣਾ, ਬਰਨਾਲਾ, ਮਾਨਸਾ, ਮੋਗਾ, ਫਰੀਦਕੋਟ, ਬਠਿੰਡਾ, ਸੰਗਰੂਰ, ਫਿਰੋਜ਼ਪੁਰ, ਮੁਕਤਸਰ ਅਤੇ ਪਟਿਆਲੇ ਦਾ ਕੁਝ ਭਾਗ ਆਉਂਦਾ ਹੈ। ਇਸ ਉਪਭਾਸ਼ਾ ਵਿੱਚ ਵ ਦੀ ਥਾਂ 'ਤੇ ਮ ਜਿਵੇਂ ਤੀਵੀਂ ਦੀ ਥਾਂ 'ਤੇ ਤੀਮੀ, ਆਵੇਗਾ ਦੀ ਥਾਂ 'ਤੇ ਆਵਾਂਗਾ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਇਸ ਉਪਭਾਸ਼ਾ ਵਿੱਚ ਭਾਨੀ, ਜਨ, ਕੇਰਾ, ਮੋਹਰੇ, ਤੁਹਾਨੂੰ, ਥੋੜ੍ਹਾ, ਆਪਾਂ, ਸਦੇਹਾ, ਥਾਨੀ ਆਦਿ। ਡੋਗਰੀ। ਜੰਮੂ ਅਤੇ ਕਾਂਗੜੇ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਦੀ ਉਪਭਾਸ਼ਾ ਨੂੰ ਡੋਗਰੀ ਕਿਹਾ ਜਾਂਦਾ ਹੈ। ਇਹ ਜ਼ਿਲ੍ਹਾ ਕਠੂਆ, ਜੰਮੂ, ਉਧਮਪੁਰ, ਧਰਮਸ਼ਾਲਾ, ਕਾਂਗੜਾ ਅਤੇ ਸਿਆਲਕੋਟ ਦੇ ਪਹਾੜੀ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਇਸ ਉਪਭਾਸ਼ਾ ਦੇ ਵਿੱਚ ਦੇ ਦੀ ਵਰਤੋਂ ਵਧੇਰੇ ਕਰਦੇ ਹਨ ਜਿਵੇਂ ਗਏ ਦੇ ਨੇ, ਆਇਆ ਦਾ ਏ ਆਦਿ। ਪੁਆਧੀ। ਪੁਆਧੀ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਪੁਆਧੀ
ਆਖਦੇ ਹਨ। ਇਸ ਖੇਤਰ ਵਿੱਚ ਜ਼ਿਲ੍ਹਾ ਰੋਪੜ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲੇ ਦਾ ਕੁਝ ਹਿੱਸਾ ਸ਼ਾਮਿਲ ਹੈ। ਹਰਿਆਣੇ ਪ੍ਰਾਂਤ ਵਿੱਚ ਅੰਬਾਲਾ ਜ਼ਿਲ੍ਹੇ ਦੇ ਕੁਝ ਖੇਤਰ ਵਿੱਚ ਵੀ ਪੁਆਧੀ ਬੋਲੀ ਜਾਂਦੀ ਹੈ। ਇਸ ਵਿੱਚ ਸਾਨੂੰ ਦੀ ਥਾਂ ਹਸਾਨੂੰ ਵਿੱਚ ਦੀ ਥਾਂ 'ਤੇ ਵਿੱਚ, ਸਾਂ ਸੀ ਦੀ ਥਾਂ ਤੀ, ਗਏ ਤੀ, ਗਿਆ ਤੀ ਦੀ ਵਧੇਰੇ ਵਰਤੋਂ ਕਰਦੇ ਹਨ। ਵਿੱਚ ਮਾਂ, ਕਾਸ਼ ਮਾਂ, ਤੁਹਾਨੂੰ, ਥਮੇ, ਥਾਰੇ, ਬਹਿ, ਏਹਾ, ਊਹਾ, ਇਬਕੇ, ਉੜੀ, ਸ਼ੋਕਰੀ, ਬੂਜਾ, ਏਕਨ, ਜੇਕਨ, ਮੈਨੂੰ, ਗੇ, ਸ਼ਿਪਨਾ ਆਦਿ ਸ਼ਬਦਾਂ ਦੀ ਇਸ ਉਪਭਾਸ਼ਾ ਵਿੱਚ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਪੋਠੋਹਾਰੀ। ਪੋਠੋਹਾਰੀ ਪਾਕਿਸਤਾਨ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਪੋਠੋਹਾਰੀ ਕਿਹਾ ਜਾਂਦਾ ਹੈ। ਇਹ ਰਾਵਲਪਿੰਡੀ ਤੇ ਜੇਹਲਮ ਦੇ ਪਹਾੜੀ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਇਸ ਵਿੱਚ ਨੂੰ ਦੀ ਥਾਂ 'ਤੇ ਕੀ, ਜਿਵੇਂ ਉਸ ਕੀ, ਸਾਡੇ ਦੀ ਥਾਂ ਅਸਾਂ, ਕਿੱਥੇ ਨੂੰ ਕੁੱਥੇ ਬੋਲਦੇ ਹਨ। ਇਸ ਤਰ੍ਹਾਂ ਤੈਂ, ਨਵੇਂ, ਖਿੜਸੀ, ਸੁਨੀਦਾ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮੁਲਤਾਨੀ। ਇਹ ਭਾਸ਼ਾ ਸਭ ਤੋਂ ਵਿਸ਼ਾਲ ਇਲਾਕੇ ਵਿੱਚ ਬੋਲੀ ਜਾਂਦੀ ਹੈ। ਇਹ ਪਾਕਿਸਤਾਨ ਵਿਚਲੇ ਮੁਲਤਾਨ, ਡੇਰਾ ਗਾਜੀ ਖਾਂ, ਬਹਾਵਲਪੁਰ ਜ਼ਿਲ੍ਹਾ, ਮੁਜ਼ੱਫਰਗੜ੍ਹ, ਮਿਟਗੁਮਰੀ, ਝੰਗ, ਸ਼ਾਹਪੁਰਾ, ਸ਼ੇਖਪੁਰਾ ਵਿੱਚ ਬੋਲੀ ਜਾਂਦੀ ਹੈ। ਮੈਡਾ, ਤੈਡਾ, ਆਵਸਨ, ਮਹਿਊਨ, ਮਰੀਅਲੇ, ਕੀਨ, ਕੇਕਰਦੀ, ਰਤੜਾ, ਬਚੜਾ, ਕਾਈ, ਏਹਾ, ਊਹਾ, ਅਸਾਂ, ਤੁਸਾਂ ਆਦਿ ਸ਼ਬਦਾਂ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਪਟਿਆਲੀ। ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਇਲਾਕਿਆਂ ਦੀ ਬੋਲੀ ਹੈ, ਜਿਸ ਵਿੱਚ ਦੁਨੇਰਾ, ਸ਼ਾਹ ਪੁਰਕੰਡੀ ਆਦਿ ਦਾ ਇਲਾਕਾ ਆਉਂਦਾ ਹੈ। ਜ਼ਿਲ੍ਹਾ ਚੰਬਾ ਦੀ ਦੱਖਣੀ ਪੱਛਮੀ ਨੁੱਕਰ ਦੀ ਵੀ ਇਹੋ ਹੀ ਬੋਲੀ ਹੈ। ਹਾਂਜੀ ਬੇਟਾ, ਅੱਜ ਆਪਾਂ ਭਾਸ਼ਾ ਬਾਰੇ ਇੰਨਾ ਹੀ ਪੜ੍ਹਿਆ ਹੈ। ਬਾਕੀ ਆਪਾਂ ਅਗਲੇ ਲੈਕਚਰ ਦੇ ਵਿੱਚ ਪੜ੍ਹਾਂਗੇ। ਜਿੰਨਾ ਮੈਂ ਤੁਹਾਨੂੰ ਪੜ੍ਹਾਇਆ ਇਹਨੂੰ ਧਿਆਨ ਨਾਲ ਦੁਬਾਰਾ ਤੋਂ ਪੜ੍ਹਿਓ। ਓਕੇ ਬੇਟਾ, ਬਾਏ।